ਹੈਲੋ ਫਰੈਂਡਸ, ਵੈਲਕਮ ਟੂ HC ਕਲਾਸਿਸ। HC ਕਲਾਸਿਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਬੈਂਕਿੰਗ ਅਵੇਅਰਨੈਸ ਦਾ ਥਰਡ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਮੋਨੇਟਰੀ ਪਾਲਿਸੀ ਆਫ RBI। ਫਰੈਂਡਸ, ਇਸ ਤੋਂ ਪਹਿਲਾਂ ਆਪਾਂ ਨੇ ਆਲਰੇਡੀ 2 ਲੈਕਚਰਸ ਕੰਪਲੀਟ ਕੀਤੇ ਨੇ ਬੈਂਕਿੰਗ ਅਵੇਅਰਨੈਸ ਦੇ ਉੱਪਰ, ਜਿਸ ਦੇ ਵਿੱਚ ਫਰਸਟ ਲੈਕਚਰ ਦੇ ਵਿੱਚ ਆਪਾਂ ਹਿਸਟਰੀ ਆਫ ਬੈਂਕਿੰਗ ਕੰਪਲੀਟ ਕੀਤਾ ਸੀ ਐਂਡ ਸੈਕੰਡ ਲੈਕਚਰ ਦੇ ਵਿੱਚ ਆਪਾਂ RBI ਬਾਰੇ ਡਿਸਕਸ ਕੀਤਾ ਸੀ। ਨਾਓ ਇਸ ਲੈਕਚਰ ਦੇ ਵਿੱਚ ਆਪਾਂ ਮੋਨੇਟਰੀ ਪਾਲਿਸੀ ਬਾਰੇ ਡਿਸਕਸ ਕਰਾਂਗੇ, ਜੋ ਕਿ RBI ਦੀ ਇੱਕ ਬਹੁਤ ਹੀ ਇੰਪੋਰਟੈਂਟ ਪਾਲਿਸੀ ਹੈ। ਪੂਰੀ ਦੀ ਪੂਰੀ ਮਾਰਕੀਟ ਦੇ ਵਿੱਚ ਮਨੀ ਨੂੰ ਕਿਸ ਤਰ੍ਹਾਂ ਰੈਗੂਲੇਟ ਕਰਨਾ ਹੈ, ਉਸ ਦੇ ਬਾਰੇ ਆਪਾਂ ਸਿੱਖਾਂਗੇ। ਸੋ ਦਿਸ ਲੈਕਚਰ ਵਿਲ ਬੀ ਪ੍ਰੈਜ਼ੈਂਟਡ ਬਾਈ ਮੀ ਪੁਨੀਤ ਗੋਇਲ। ਆਓ ਆਪਾਂ ਮਿਲ ਕੇ ਇਸ ਨੂੰ ਸਟਾਰਟ ਕਰਦੇ ਹਾਂ। ਲੈਟਸ ਬਿਗਿਨ। ਸੋ ਵਾਟ ਇਜ਼ ਮੋਨੇਟਰੀ ਪਾਲਿਸੀ? ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਮੋਨੇਟਰੀ ਪਾਲਿਸੀ ਹੁੰਦੀ ਕੀ ਹੈ। फ्रेंड्स, RBI ਦੀ ਇੱਕ ਬਹੁਤ ਹੀ ਇੰਪੋਰਟੈਂਟ ਪਾਲਿਸੀ ਹੈ ਮੋਨੇਟਰੀ ਪਾਲਿਸੀ, ਜੋ ਕਿ RBI ਐਕਟ 1934 ਦੇ ਅਕੋਰਡਿੰਗ ਬਣਾਈ ਗਈ ਸੀਗੀ। ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਲਿਖੀਆਂ ਗਈਆਂ ਹਨ ਕਿ ਜਿਸ ਦੇ ਨਾਲ ਮਾਰਕੀਟ ਦੇ ਵਿੱਚ ਜੋ ਮਹਿੰਗਾਈ ਹੈ ਉਸ ਨੂੰ ਕੰਟਰੋਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇਸ ਮੋਨੇਟਰੀ ਪਾਲਿਸੀ ਦਾ ਮੇਨ ਜੋ ਮਕਸਦ ਹੁੰਦਾ ਹੈ, ਆਬਜੈਕਟਿਵ ਹੁੰਦਾ ਹੈ ਕਿ ਮਾਰਕੀਟ ਦੇ ਵਿੱਚ ਪ੍ਰਾਈਸ ਦੀ ਸਟੇਬਿਲਿਟੀ ਨੂੰ ਮੇਨਟੇਨ ਕਰਕੇ ਰੱਖਣਾ, ਤਾਂ ਕਿ ਆਪਣੇ ਦੇਸ਼ ਦੀ ਤਰੱਕੀ ਹੋਵੇ ਔਰ ਦੇਸ਼ ਦੇ ਵਿੱਚ ਜੋ ਆਪਣੀ ਜ਼ਿਆਦਾ ਮਹਿੰਗਾਈ ਵੱਧ ਰਹੀ ਹੈ ਉਸ ਨੂੰ ਕੰਟਰੋਲਡ ਵੇ ਦੇ ਵਿੱਚ ਰੱਖਣਾ। ਸੋ ਇਸ ਪਾਲਿਸੀ ਨੂੰ ਆਪਾਂ ਮੋਨੇਟਰੀ ਪਾਲਿਸੀ ਬੋਲਦੇ ਹਾਂ। ਫਰੈਂਡਸ, ਹਰ ਸਾਲ ਦੇ ਵਿੱਚ 6 ਵਾਰੀ ਯਾਨੀ ਕਿ ਹਰ 2 ਮਹੀਨਿਆਂ ਬਾਅਦ ਇੱਕ ਵਾਰੀ ਮੋਨੇਟਰੀ ਪਾਲਿਸੀ ਨੂੰ ਰੈਗੂਲੇਟ ਕੀਤਾ ਜਾਂਦਾ ਹੈ। ਯਾਨੀ ਕਿ ਇਸ ਪਾਲਿਸੀ ਦੇ ਉੱਤੇ ਫੋਕਸ ਕੀਤਾ ਜਾਂਦਾ ਹੈ ਕਿ ਕਿੰਨਾ ਰੇਟ ਆਫ ਇੰਟਰਸਟ ਵਧਾਉਣਾ ਚਾਹੀਦਾ ਹੈ ਜਾਂ ਘਟਾਉਣਾ ਚਾਹੀਦਾ ਹੈ, ਕਿੰਨੇ ਪੈਸੇ ਕਿੰਨੀ ਕਰੰਸੀ ਮਾਰਕੀਟ ਦੇ ਵਿੱਚ ਛਾਪਣੀ ਚਾਹੀਦੀ ਹੈ, ਜਾਂ ਉਸ ਨੂੰ ਕੰਟਰੋਲਡ ਵੇ ਦੇ ਨਾਲ ਕਿਸ ਤਰ੍ਹਾਂ ਮਹਿੰਗਾਈ ਨੂੰ ਰੋਕਣਾ ਚਾਹੀਦਾ ਹੈ। ਸੋ ਮੋਨੇਟਰੀ ਪਾਲਿਸੀ ਦੀ ਮੀਟਿੰਗ ਦੇ ਵਿੱਚ ਟੋਟਲ 6 ਜਾਣੇ ਹੁੰਦੇ ਨੇ। ਮੋਨੇਟਰੀ ਪਾਲਿਸੀ ਕਮੇਟੀ ਬਾਰੇ ਆਪਾਂ ਡਿਸਕਸ ਕਰਨ ਲੱਗੇ ਹਾਂ ਜੀ। RBI ਦਾ ਐਕਟ 1934 ਦੇ ਸੈਕਸ਼ਨ 45ZB ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮੋਨੇਟਰੀ ਪਾਲਿਸੀ ਦੇ ਵਿੱਚ 6 ਲੋਕ ਨੇ, ਜਿਹੜੇ 6 ਮੈਂਬਰਸ ਨੇ। ਇਹ 6 ਮੈਂਬਰਸ ਦੀ ਕਮੇਟੀ ਹੋਏਗੀ ਜੋ ਕਿ ਸੈਂਟਰ ਸਰਕਾਰ ਦੁਆਰਾ ਬਣਾਈ ਜਾਏਗੀ, ਜਿਸ ਦੇ ਵਿੱਚ ਇਹ ਚੀਜ਼ਾਂ ਡਿਸਕਸ ਕੀਤੀਆਂ ਜਾਣਗੀਆਂ ਕਿ ਕਿਸ ਤਰ੍ਹਾਂ ਮਹਿੰਗਾਈ ਨੂੰ ਰੋਕਿਆ ਜਾਏਗਾ। ਸੋ ਇਸ ਤਰ੍ਹਾਂ ਦੀ ਜਿਹੜੀ ਸਭ ਤੋਂ ਪਹਿਲੀ ਮੋਨੇਟਰੀ ਪਾਲਿਸੀ ਸੀਗੀ, ਉਸ ਦੀ ਮੀਟਿੰਗ 29 ਸਤੰਬਰ 2016 ਦੇ ਵਿੱਚ ਹੋਈ ਸੀ। ਸੋ ਉਸ ਤੋਂ ਬਾਅਦ ਰੈਗੂਲਰ ਹਰ ਸਾਲ ਦੇ ਵਿੱਚ 6 ਵਾਰ ਮੀਟਿੰਗ ਹੁੰਦੀ ਹੈ। ਹਰ 2 ਮਹੀਨਿਆਂ ਬਾਅਦ ਇਹ ਮੀਟਿੰਗ ਦੇ ਵਿੱਚ ਰੇਟ ਆਫ ਇੰਟਰਸਟ ਨੇ ਜਿਹੜੇ ਉਹ ਚੇਂਜ ਕੀਤੇ ਜਾਂਦੇ ਹਨ। ਸੋ ਮੋਨੇਟਰੀ ਪਾਲਿਸੀ ਦੇ ਇਸ ਸਮੇਂ ਦੇ ਜੋ ਪ੍ਰੈਜ਼ੈਂਟ ਮੈਂਬਰਸ ਨੇ ਉਹ ਕੌਣ-ਕੌਣ ਹਨ? ਫਸਟ ਆਫ ਆਲ, ਗਵਰਨਰ ਆਫ ਰਿਜ਼ਰਵ ਬੈਂਕ ਆਫ ਇੰਡੀਆ, RBI ਦੇ ਗਵਰਨਰ। ਇਸ ਸਮੇਂ RBI ਦੇ ਗਵਰਨਰ ਸ਼ਕਤੀ ਕਾਂਤਾ ਦਾਸ ਜੀ ਨੇ। ਸੋ ਸ਼ਕਤੀ ਕਾਂਤਾ ਦਾਸ ਜੀ ਇਸ ਮੀਟਿੰਗ ਦੇ ਮੈਂਬਰ ਹੋਣਗੇ। ਨੈਕਸਟ, ਤੁਹਾਨੂੰ ਪਤਾ ਹੈ RBI ਦੇ ਵਿੱਚ 4 ਡਿਪਟੀ ਗਵਰਨਰਸ ਹੁੰਦੇ ਨੇ। 4 ਡਿਪਟੀ ਗਵਰਨਰਸ ਦੇ ਵਿੱਚੋਂ ਇੱਕ ਡਿਪਟੀ ਗਵਰਨਰ ਇਸ ਮੋਨੇਟਰੀ ਪਾਲਿਸੀ ਦਾ ਮੈਂਬਰ ਹੋਏਗਾ, ਇਸ ਕਮੇਟੀ ਦਾ ਮੈਂਬਰ ਹੋਏਗਾ। ਸੋ 2 ਮੈਂਬਰਸ ਕਲੀਅਰ ਹੋ ਗਏ। ਫਸਟ RBI ਦਾ ਗਵਰਨਰ, ਸੈਕੰਡ ਡਿਪਟੀ ਗਵਰਨਰ। ਨਾਓ ਥਰਡ, ਇੱਕ ਆਫੀਸਰ ਹੋਏਗਾ ਐਸਾ ਜੋ ਕਿ ਰਿਜ਼ਰਵ ਬੈਂਕ ਆਫ ਇੰਡੀਆ ਦਾ ਹੋਏਗਾ, ਜੋ ਕਿ ਸੈਂਟਰਲ ਬੋਰਡ ਯਾਨੀ ਕਿ ਸਰਕਾਰ ਦੁਆਰਾ ਨੋਮੀਨੇਟ ਕੀਤਾ ਜਾਏਗਾ। ਸਰਕਾਰ ਦੁਆਰਾ ਨਿਯੁਕਤ ਕੀਤਾ ਗਿਆ RBI ਦਾ ਇੱਕ ਆਫੀਸਰ ਇਸ ਮੀਟਿੰਗ ਦਾ ਮੈਂਬਰ ਹੋਏਗਾ। ਨੈਕਸਟ, ਚੌਥਾ ਪਰਸਨ ਜੋ ਹੋਏਗੀ ਇਸ ਸਮੇਂ ਪ੍ਰੋਫੈਸਰ ਆਸ਼ੀਮਾ ਗੋਇਲ ਨੇ, ਜੋ ਕਿ ਇੰਦਰਾ ਗਾਂਧੀ ਇੰਸਟੀਚਿਊਟ ਆਫ ਡਿਵੈਲਪਮੈਂਟ ਰਿਸਰਚ, ਜਿਸ ਦੇ ਹੈੱਡਕੁਆਰਟਰ ਮੁੰਬਈ ਦੇ ਵਿੱਚ ਨੇ। ਇਸ ਇੰਸਟੀਚਿਊਟ ਦੇ ਜੋ ਪ੍ਰੋਫੈਸਰ ਨੇ, ਪ੍ਰੋਫੈਸਰ ਆਸ਼ੀਮਾ ਗੋਇਲ, ਉਹ ਇਸ ਮੀਟਿੰਗ ਦੇ ਮੈਂਬਰ ਹੋਣਗੇ। ਐਂਡ ਜੋ 5th ਮੈਂਬਰ ਹੈ ਪ੍ਰੋਫੈਸਰ ਜਯੰਤ R ਵਰਮਾ, ਇਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਇਲਾਹਾਬਾਦ ਦੇ ਪ੍ਰੋਫੈਸਰ ਨੇ, ਇਹ ਇਸ ਮੀਟਿੰਗ ਦੇ ਮੈਂਬਰ ਹੋਣਗੇ। ਐਂਡ ਲਾਸਟ ਜੋ ਮੈਂਬਰ ਹੈ ਸ਼ਸ਼ਾਂਕ ਭਿੰਡੇ, ਡਾਕਟਰ ਸ਼ਸ਼ਾਂਕ ਭਿੰਡੇ, ਜੋ ਕਿ ਸਲਾਹਕਾਰ ਨੇ, ਸੀਨੀਅਰ ਐਡਵਾਈਜ਼ਰ ਨੇ ਨੈਸ਼ਨਲ ਕਾਉਂਸਲ ਆਫ ਅਪਲਾਈਡ ਇਕਨੋਮਿਕ ਰਿਸਰਚ ਦਿੱਲੀ ਦੇ। ਸੋ ਇਹ ਇਸ ਸਮੇਂ ਦੇ ਪ੍ਰੈਜ਼ੈਂਟ ਮੈਂਬਰ ਨੇ ਜੋ ਮੋਨੇਟਰੀ ਪਾਲਿਸੀ ਨੂੰ ਰੈਗੂਲੇਟ ਕਰਦੇ ਨੇ, ਹਰ 2 ਮਹੀਨਿਆਂ ਬਾਅਦ ਮੀਟਿੰਗ ਕਰਦੇ ਨੇ ਔਰ ਇਨਫਲੇਸ਼ਨ ਨੂੰ ਡਿਕਰੀਜ਼ ਕਰਨ ਵਾਸਤੇ ਯਾਨੀ ਕਿ ਮਹਿੰਗਾਈ ਨੂੰ ਰੋਕਣ ਵਾਸਤੇ ਆਪਣੀ ਪਾਲਿਸੀ ਨੂੰ ਰਿਵਿਊ ਕਰਦੇ ਨੇ, ਰੈਗੂਲੇਟ ਕਰਦੇ ਨੇ। ਸੋ ਇਸ ਮੋਨੇਟਰੀ ਪਾਲਿਸੀ ਦੇ ਵਿੱਚ ਕੁਝ ਐਸੀਆਂ ਟਰਮਸ ਹੁੰਦੀਆਂ ਨੇ
ਜਿਨ੍ਹਾਂ ਦੇ ਬਾਰੇ ਆਪਾਂ ਹੁਣ ਡਿਸਕਸ ਕਰਾਂਗੇ, ਜਿੱਥੋਂ ਆਪਾਂ ਨੂੰ ਪਤਾ ਲੱਗੇਗਾ ਕਿ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਜੋ ਮਹਿੰਗਾਈ ਵੱਧ ਰਹੀ ਹੈ ਉਸ ਨੂੰ ਕੰਟਰੋਲ ਕੀਤਾ ਜਾਂਦਾ ਹੈ। ਸੋ ਨੈਕਸਟ, ਇੰਸਟਰੂਮੈਂਟਸ ਆਫ ਮੋਨੇਟਰੀ ਪਾਲਿਸੀ। ਮੋਨੇਟਰੀ ਪਾਲਿਸੀ ਦੇ ਵੱਖ-ਵੱਖ ਇੰਸਟਰੂਮੈਂਟਸ ਹੁੰਦੇ ਨੇ ਫਰੈਂਡਸ। ਇਸ ਨੂੰ ਮੈਂ ਇੱਕ ਐਗਜ਼ਾਮਪਲ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰੂੰਗਾ ਤਾਂ ਕਿ ਤੁਹਾਨੂੰ ਈਜ਼ੀ ਲੈਂਗੁਏਜ ਦੇ ਵਿੱਚ ਸਾਰਾ। ਸੋ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ, ਇੱਥੇ ਆਪਾਂ ਨੇ ਲਿਖਿਆ RBI ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ। ਰਿਜ਼ਰਵ ਬੈਂਕ ਆਫ ਇੰਡੀਆ, ਦੇਖੋ ਜੀ ਸਾਰੇ ਦੇ ਸਾਰੇ ਬੈਂਕਾਂ ਨੂੰ ਚਲਾਉਣ ਵਾਲੀ ਜੋ ਅਪੈਕਸ ਬੋਡੀ ਹੈ ਉਸਦਾ ਨਾਮ ਕੀ ਹੈ? ਰਿਜ਼ਰਵ ਬੈਂਕ ਆਫ ਇੰਡੀਆ। ਰਿਜ਼ਰਵ ਬੈਂਕ ਆਫ ਇੰਡੀਆ ਹਰ ਬੈਂਕ ਨੂੰ ਲਾਇਸੈਂਸ ਗ੍ਰਾਂਟ ਕਰਦਾ ਹੈ। ਕਿਸੇ ਵੀ ਬੈਂਕ ਦਾ ਲਾਇਸੈਂਸ ਕੈਂਸਲ ਕਰ ਸਕਦਾ ਹੈ, ਕਿਸੇ ਵੀ ਬੈਂਕ ਦੇ ਉੱਤੇ ਪੈਨਲਟੀ ਲਗਾ ਸਕਦਾ ਹੈ ਅਗਰ ਕੋਈ ਬੈਂਕ ਉਸ ਦੀਆਂ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਨਹੀਂ ਕਰਦਾ। ਕਿਸੇ ਵੀ ਬੈਂਕਸ ਨੂੰ ਮਰਜ ਕਰਨਾ ਹੈ ਤਾਂ ਉਹ RBI ਕਰ ਸਕਦਾ ਹੈ। ਸੋ RBI ਬੈਂਕਾਂ ਨੂੰ ਲੋਨ ਦਿੰਦਾ ਹੈ। मान लो कोई बैंक है, SBI बैंक है, HDFC बैंक है, इन्हां बैंकां नूं लोन भी RBI दिंदा है। एंड ये जिहड़े बैंक ने अगे लोन दिंदे ने कस्टमर नूं। सो कस्टमर सीधा RBI तो तां लोन लैण जांदा नहीं। कस्टमर किस तो लोन लेगा? बैंक्स तो लोन लेगा, HDFC तो ले लेगा, SBI तो ले लेगा, PNB तो ले लेगा। सो RBI ਦੇ ਜੋ ਇੰਸਟਰੂਮੈਂਟਸ ਨੇ ਉਸ ਦੇ ਵਿੱਚੋਂ ਸਭ ਤੋਂ ਪਹਿਲਾ ਇੰਸਟਰੂਮੈਂਟ ਆਂਦਾ ਹੈ ਮਾਰਜਨਲ ਸਟੈਂਡਿੰਗ ਫੈਸਿਲਿਟੀ, ਜਿਸ ਨੂੰ ਆਪਾਂ MSF ਬੋਲਾਂਗੇ, ਮਾਰਜਨਲ ਸਟੈਂਡਿੰਗ ਫੈਸਿਲਿਟੀ। ਇਸ ਦੇ ਵਿੱਚ ਕੀ ਹੈ? ਮੰਨ ਲਓ SBI ਬੈਂਕ ਕੋਲ ਪੈਸੇ ਹੋ ਗਏ ਖਤਮ। SBI ਬੈਂਕ ਨੇ ਕਿਸੇ ਕਸਟਮਰ ਨੂੰ ਦੇਣਾ ਸੀ ਲੋਨ, ਤਾਂ SBI ਬੈਂਕ RBI ਨੂੰ ਕੀ ਕਹੂਗਾ? ਮੈਨੂੰ ਇੱਕ ਦਿਨ ਲਈ ਜਾਂ ਅੱਜ ਹੀ ਮੈਨੂੰ ਪੈਸੇ ਦਿਓ ਤਾਂ ਕਿ ਮੈਂ ਆਪਣੇ ਕਸਟਮਰ ਨੂੰ ਲੋਨ ਦੇ ਸਕਾਂ। ਸੋ RBI ਜਦੋਂ ਕਿਸੇ ਵੀ ਬੈਂਕ ਨੂੰ ਲੋਨ ਦਿੰਦਾ ਹੈ ਉਸ ਚੀਜ਼ ਨੂੰ ਆਪਾਂ ਬੋਲਦੇ ਹਾਂ MSF। ਇੱਥੇ ਇੱਕ ਇੰਪੋਰਟੈਂਟ ਚੀਜ਼ ਹੈ, ਇੱਕ ਦਿਨ ਵਾਸਤੇ। ਜਦੋਂ RBI ਇੱਕ ਦਿਨ ਵਾਸਤੇ ਕਿਸੇ ਵੀ ਬੈਂਕ ਨੂੰ ਲੋਨ ਗ੍ਰਾਂਟ ਕਰਦਾ ਹੈ ਉਸ ਚੀਜ਼ ਨੂੰ ਆਪਾਂ ਬੋਲਦੇ ਹਾਂ MSF, ਮਾਰਜਨਲ ਸਟੈਂਡਿੰਗ ਫੈਸਿਲਿਟੀ। ਸੋ ਦੇਖੋ ਓਬਵੀਅਸਲੀ ਗੱਲ ਹੈ, RBI ਜਦੋਂ ਕਿਸੇ ਬੈਂਕ ਨੂੰ ਲੋਨ ਦੇਗਾ ਤਾਂ ਓਬਵੀਅਸਲੀ ਉਸ ਦੇ ਉੱਤੇ ਇੰਟਰਸਟ ਚਾਰਜ ਕਰੇਗਾ। ਕਿਉਂ? ਕਿਉਂਕਿ SBI ਬੈਂਕ ਜਦੋਂ ਕਿਸੇ ਕਸਟਮਰ ਨੂੰ ਲੋਨ ਦੇਗਾ ਉਹ ਕਸਟਮਰ ਤੋਂ ਵੀ ਤਾਂ ਰੇਟ ਆਫ ਇੰਟਰਸਟ ਲਏਗਾ, ਕਿਸੇ ਨਾ ਕਿਸੇ ਰੇਟ ਆਫ ਇੰਟਰਸਟ ਤੇ ਤਾਂ ਕਸਟਮਰ ਨੂੰ ਪੈਸੇ ਉਧਾਰ ਦੇਗਾ। ਸੋ RBI ਕੀ ਕਰੇਗਾ? RBI SBI ਨੂੰ ਕਿਸੇ ਵੀ ਬੈਂਕ ਨੂੰ ਲੋਨ ਦੇਗਾ 4.25% ਤੇ। ਇਹ ਇਸ ਸਮੇਂ ਦਾ ਰੇਟ ਆਫ ਇੰਟਰਸਟ ਹੈ 4.25%। ਅਗਰ RBI ਕਿਸੇ ਵੀ ਬੈਂਕ ਨੂੰ ਰਾਤੋਂ ਰਾਤ ਇੱਕ ਦਿਨ ਵਾਸਤੇ ਲੋਨ ਦਿੰਦਾ ਹੈ ਤਾਂ ਉਸ ਨੂੰ ਆਪਾਂ MSF ਬੋਲਦੇ ਹਾਂ, ਮਾਰਜਨਲ ਸਟੈਂਡਿੰਗ ਫੈਸਿਲਿਟੀ। ਇਸ ਦਾ ਜੋ ਰੇਟ ਆਫ ਇੰਟਰਸਟ ਹੈ ਇਸ ਸਮੇਂ ਪ੍ਰੈਜ਼ੈਂਟਲੀ 4.25% ਹੈ। ਇਹ ਜਿਹੜੇ ਰੇਟ ਆਫ ਇੰਟਰਸਟ ਨੇ ਇਹ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਨੇ। ਜੋ 2 ਮਹੀਨਿਆਂ ਬਾਅਦ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਇਹ ਰੇਟਸ ਨੂੰ ਸੇਮ ਰੱਖਣਾ ਹੈ ਜਾਂ ਚੇਂਜ ਕਰਨਾ ਹੈ, ਇਸ ਦੇ ਉੱਤੇ ਫੋਕਸ ਕੀਤਾ ਜਾਂਦਾ ਹੈ, ਰਿਵਿਊ ਕੀਤਾ ਜਾਂਦਾ ਹੈ ਨਾ ਰੇਟਸ। ਸੋ ਹੁਣ ਅਗਰ ਸਪੋਜ਼ ਕਰੋ RBI ਨੇ ਲੋਨ ਜਿਹੜਾ ਹੈ ਰਾਤੋਂ ਰਾਤ ਦੇਣਾ ਹੈ, ਇੱਕ ਦਿਨ ਦੇ ਲਈ ਦੇਣਾ ਹੈ, ਤਾਂ ਉਸ ਨੂੰ ਆਪਾਂ MSF ਬੋਲਦਾ। ਲੇਕਿਨ ਮੰਨ ਲਓ ਜੋ SBI ਬੈਂਕ ਹੈ ਇਸ ਨੂੰ ਲੋਨ ਰਾਤੋਂ ਰਾਤ ਨਹੀਂ ਚਾਹੀਦਾ, ਇਸ ਨੂੰ 2 ਦਿਨ ਤੋਂ ਲੈ ਕੇ 14 ਦਿਨ ਦੇ ਵਿੱਚ ਲੋਨ ਚਾਹੀਦਾ ਹੈ, ਯਾਨੀ ਕਿ ਸਿਰਫ 14 ਦਿਨ ਵਾਸਤੇ ਮੈਕਸਿਮਮ ਲੋਨ ਚਾਹੀਦਾ ਹੈ। 2 ਦਿਨਾਂ ਤੋਂ ਲੈ ਕੇ 14 ਦਿਨ ਦੇ ਲਈ ਆਪਾਂ ਨੂੰ ਲੋਨ ਚਾਹੀਦਾ ਹੈ ਬੈਂਕ ਨੂੰ, ਤਾਂ ਉਸ ਚੀਜ਼ ਨੂੰ ਆਪਾਂ ਬੋਲਦੇ ਹਾਂ ਰੈਪੋ ਰੇਟ। that is called repo rate। repo rate ਕੀ ਹੁੰਦਾ ਹੈ? ਜਦੋਂ ਕੋਈ ਵੀ ਬੈਂਕ ਨੂੰ ਲੋਨ ਚਾਹੀਦਾ ਹੈ ਸਿਰਫ 2 ਦਿਨ ਤੋਂ ਲੈ ਕੇ 14 ਦਿਨ ਦੇ ਲਈ, ਤਾਂ ਬੈਂਕ ਜੋ ਹੈ ਉਹ RBI ਤੋਂ ਲੋਨ ਲੈ ਸਕਦਾ ਹੈ। ਇਸ ਨੂੰ ਆਪਾਂ ਬੋਲਦੇ ਹਾਂ repo rate। ਇਸ ਦੀ ਜੋ ਇਸ ਸਮੇਂ ਰੇਟ ਆਫ ਇੰਟਰਸਟ ਹੈ 4%। ਓਬਵੀਅਸਲੀ ਹੈ, ਜਦੋਂ ਤੁਹਾਨੂੰ ਰਾਤੋਂ ਰਾਤ ਇੱਕ ਦਿਨ ਵਾਸਤੇ ਅਰਜੈਂਟਲੀ ਪੈਸੇ ਦੀ ਲੋੜ ਹੈ ਤਾਂ RBI ਕੀ ਕਹੂਗਾ? ਮੈਂ ਤੇਥੋਂ ਰੇਟ ਆਫ ਇੰਟਰਸਟ ਜ਼ਿਆਦਾ ਲਊਂਗਾ। ਤਾਂ ਉਸ ਸਮੇਂ ਰੇਟ ਆਫ ਇੰਟਰਸਟ 4.25% ਸੀ। ਲੇਕਿਨ ਹੁਣ ਜਦੋਂ ਆਪਾਂ ਨੂੰ ਰਾਤੋਂ ਰਾਤ ਪੈਸਿਆਂ ਦੀ ਲੋੜ ਨਹੀਂ, ਆਪਾਂ ਨੂੰ 2 ਦਿਨ ਤੋਂ ਲੈ ਕੇ 14 ਦਿਨ ਦੇ ਲਈ ਲੋਨ ਦੀ ਜ਼ਰੂਰਤ ਹੈ, ਤਾਂ ਬੈਂਕ ਜੋ ਹੈ ਉਹ 4% ਤੇ RBI ਤੋਂ ਲੋਨ ਲਏਗਾ। ਸੋ ਦਿਸ ਇਜ਼ ਰੈਪੋ ਰੇਟ। ਰੈਪੋ ਰੇਟ ਕੀ ਹੁੰਦਾ ਹੈ? ਇਹ ਉਹ ਰੇਟ ਆਫ ਇੰਟਰਸਟ ਹੈ ਜਿਹਦੇ ਵਿੱਚ ਕੋਈ ਵੀ ਬੈਂਕ ਮਨੀ ਜੋ ਹੈ RBI ਤੋਂ ਉਧਾਰ ਲੈ ਸਕਦਾ ਹੈ 2 ਦਿਨ ਤੋਂ ਲੈ ਕੇ 14 ਦਿਨ ਦੇ ਲਈ, और इसका जो करंट रेट ऑफ इंटरेस्ट है दैट इज 4%। नेक्स्ट है जी तीसरा बैंक रेट। हुन व्हाट इज बैंक रेट?
ਲੈਟ ਅਸ ਸਪੋਜ਼ ਕਿਸੇ ਵੀ ਬੈਂਕ ਨੂੰ, HDFC ਨੂੰ, SBI ਨੂੰ, PNB ਨੂੰ ਬੈਂਕ ਤੋਂ, RBI ਤੋਂ ਲੋਨ ਦੀ ਜ਼ਰੂਰਤ ਪੈ ਗਈ, ਪੈਸਿਆਂ ਦੀ ਜ਼ਰੂਰਤ ਪੈ ਗਈ 14 ਦਿਨ ਤੋਂ ਬਾਅਦ ਇਨਫਾਈਨਾਈਟ ਟਾਈਮ ਲਈ, ਜਿੰਨੇ ਮਰਜ਼ੀ ਟਾਈਮ ਲਈ, ਚਾਹੇ ਉਹ ਸਾਲ ਲਈ, ਚਾਹੇ 2 ਸਾਲ ਲਈ ਲਵੇ, ਚਾਹੇ ਉਹ 4 ਸਾਲ ਲਈ ਲਵੇ, ਚਾਹੇ ਉਹ 10 ਸਾਲ ਦੇ ਲਈ ਲਵੇ, ਤਾਂ RBI ਬੈਂਕ ਨੂੰ ਲੋਨ ਦੇ ਦੇਗਾ। ਔਰ ਉਸ ਲੋਨ ਨੂੰ ਆਪਾਂ ਬੋਲਦੇ ਹਾਂ, ਉਸ ਰੇਟ ਆਫ ਇੰਟਰਸਟ ਨੂੰ ਆਪਾਂ ਬੋਲਦੇ ਹਾਂ ਬੈਂਕ ਰੇਟ। ਇਸ ਸਮੇਂ ਜੋ ਇਹ ਬੈਂਕ ਦਾ ਰੇਟ ਆਫ ਇੰਟਰਸਟ ਹੈ 4.25%, 4.25%। ਸੋ ਫਰੈਂਡਸ, ਇਥੋਂ ਇਹ ਚੀਜ਼ਾਂ ਕਲੀਅਰ ਹੁੰਦੀਆਂ ਨੇ ਕਿ RBI ਜਦੋਂ ਕਿਸੇ ਵੀ ਬੈਂਕ ਨੂੰ ਲੋਨ ਦਿੰਦਾ ਹੈ ਤਾਂ ਉਹਦੀਆਂ 3 ਕੈਟਾਗਰੀਜ਼ ਨੇ। MSF ਜੇ 1 ਦਿਨ ਵਾਸਤੇ ਲੋਨ ਦੇਣਾ ਹੈ, ਰੈਪੋ ਰੇਟ ਅਗਰ 2 ਦਿਨ ਤੋਂ ਲੈ ਕੇ 14 ਦਿਨ ਦੇ ਲਈ ਲੋਨ ਦੇਣਾ ਹੈ, ਐਂਡ ਬੈਂਕ ਰੇਟ ਅਗਰ 14 ਦਿਨ ਤੋਂ ਬਾਅਦ ਐਨੀ ਮੰਥ ਵਾਸਤੇ, 2 ਮੰਥਸ ਵਾਸਤੇ, 3 ਮੰਥਸ ਵਾਸਤੇ, ਈਅਰ ਵਾਸਤੇ, 10 ਇਅਰਸ ਵਾਸਤੇ, 20 ਇਅਰਸ ਵਾਸਤੇ ਲੋਨ ਦੇਣਾ ਹੈ, ਉਸ ਨੂੰ ਆਪਾਂ ਬੈਂਕ ਰੇਟ ਬੋਲਦੇ ਹਾਂ। ਸੋ ਫਰੈਂਡਸ, ਆਈ ਹੋਪ ਤੁਹਾਨੂੰ ਇੱਥੇ ਤੱਕ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਨੈਕਸਟ ਇਸ ਤੋਂ ਅਗਲਾ ਪੋਰਸ਼ਨ ਸਟਾਰਟ ਕਰਾਂਗੇ। ਫਰੈਂਡਸ, ਹੁਣ ਤੱਕ ਤਾਂ ਆਪਾਂ ਨੇ ਦੇਖਿਆ ਹੈ ਕਿ ਜੋ ਬੈਂਕ ਹੈ ਉਹ RBI ਤੋਂ ਲੋਨ ਲੈ ਰਹੇ ਨੇ ਜਾਂ RBI ਬੈਂਕਾਂ ਨੂੰ ਲੋਨ ਦੇ ਰਿਹਾ ਹੈ। ਉਸ ਦੇ ਲਈ ਆਪਣੇ ਕੋਲੇ MSF ਸੀ, ਮਾਰਜਨਲ ਸਟੈਂਡਿੰਗ ਫੈਸਿਲਿਟੀ, ਆਪਣੇ ਕੋਲ ਰੈਪੋ ਰੇਟ ਸੀ, ਐਂਡ ਆਪਣੇ ਕੋਲੇ ਬੈਂਕ ਰੇਟ ਸੀ। ਨਾਓ ਲੈਟ ਅਸ ਸਪੋਜ਼ ਬੈਂਕ ਕੋਲੇ ਮਨੀ ਹੈ ਜਿਹੜੀ ਸਰਪਲਸ ਹੋ ਗਈ, ਯਾਨੀ ਕਿ ਬੈਂਕਾਂ ਕੋਲੇ ਪੈਸਾ ਜ਼ਿਆਦਾ ਆ ਗਿਆ। ਬੈਂਕ ਕੀ ਕਹਿ ਰਿਹਾ ਹੈ, ਕਹਿੰਦਾ ਮੰਨ ਲਓ ਲੈਟ ਅਸ ਸਪੋਜ਼ ਸ਼ੁੱਕਰਵਾਰ ਨੂੰ ਬੈਂਕ ਕੋਲੇ ਬਹੁਤ ਜ਼ਿਆਦਾ ਪੈਸਾ ਇਕੱਠਾ ਹੋ ਗਿਆ। ਬੈਂਕ ਨੇ ਦੇਖਿਆ ਸ਼ਨੀਵਾਰ ਐਤਵਾਰ ਦੀ ਛੁੱਟੀ ਹੈ, ਕਿਉਂ ਨਾ ਮੇਰੇ ਕੋਲ ਦੇਖੋ ਕਸਟਮਰ ਤਾਂ ਆਣਾ ਨਹੀਂ ਕਿਉਂਕਿ ਛੁੱਟੀ ਹੈ, ਕਿਉਂ ਨਾ ਮੈਂ ਇਹ ਜਿਹੜੇ ਸਰਪਲਸ ਪੈਸੇ ਨੇ RBI ਨੂੰ ਦੇ ਦਾਂ। RBI ਤੋਂ ਮੈਂ ਰੇਟ ਆਫ ਇੰਟਰਸਟ ਚਾਰਜ ਕਰਾਂ। RBI ਤੋਂ ਜਦੋਂ ਮੈਨੂੰ ਲੋੜ ਹੁੰਦੀ ਹੈ ਮੈਂ RBI ਦਾ ਕੁੰਡਾ ਖੜਕਾਨਾ, RBI ਮੈਨੂੰ ਲੋਨ ਦੇ ਦਿੰਦਾ, ਮੈਥੋਂ ਵਿਆਜ ਲੈਂਦਾ, ਕਿਉਂ ਨਾ ਮੈਂ RBI ਨੂੰ ਪੈਸੇ ਦੇ ਦਾਂ, RBI ਤੋਂ ਮੈਂ ਵਿਆਜ ਲੈ ਲੂੰਗਾ। ਹੁਣ ਦੇਖੋ ਜੀ RBI ਕੀ ਕਰੂਗਾ, ਦੇਖੋ ਇੱਥੇ ਆਪਣੇ ਕੋਲੇ ਹੁਣ RBI और दूसरा है अपने कोले बैंक, कोई भी बैंक हो सकता है। बैंकां कोले पैसा हो गया सरप्लस, बैंक हुण पैसे दे रहे ने RBI को। RBI की कहूगा कि यार मैनू तो पैसों की लोड़ है नहीं, तेरे कोले पैसे ज्यादा ने, तू मैनू दे रहे हैं, तू अपनी सेफ्टी वास्ते मेरे कोले पैसे रख रहे हैं, ठीक है, पर तेरा नुकसान ना होवे, मैं तेनू इसके उत्ते ब्याज दूंगा, पर यह नहीं हैगा कि मैं तेनू उन्ना ही ब्याज दूंगा जिन्ना मैं थोड़े तो लेना। मैनू पैसों की लोड़ नहीं हैगी, थोड़े कोले पैसे ज्यादा ने, तुसी अपनी मर्जी नाल मैनू ब्याज ते पैसे दे रहे हो, मैं तो सिर्फ और सिर्फ थोड़े तो 3.35% ते पैसे लऊंगा। अगर तुहानू मंजूर है तो मैनू दे दो, अगर नहीं मंजूर तो ना सी। इस चीज ਨੂੰ ਆਪਾਂ ਬੋਲਦੇ ਹਾਂ ਰਿਵਰਸ ਰੈਪੋ ਰੇਟ। ਜਦੋਂ ਕੋਈ ਵੀ ਬੈਂਕ RBI ਨੂੰ ਜ਼ਿਆਦਾ ਜਿਹੜੇ ਆਪਣੇ ਸਰਪਲਸ ਮਨੀ ਹੈ ਉਹ ਲੋਨ ਦੇ ਰੂਪ ਦੇ ਵਿੱਚ ਕਹਿ ਲਓ ਜਾਂ ਆਪਣੀ ਸਿਕਿਉਰਿਟੀ ਦੇ ਰੂਪ ਦੇ ਵਿੱਚ ਕਹਿ ਲਓ, RBI ਨੂੰ ਪੈਸੇ ਦੇ ਦਿੰਦਾ ਹੈ ਔਰ RBI ਉਸ ਨੂੰ ਰੇਟ ਆਫ ਇੰਟਰਸਟ ਯਾਨੀ ਕਿ ਵਿਆਜ ਦਿੰਦਾ ਹੈ, ਉਸ ਚੀਜ਼ ਨੂੰ ਆਪਾਂ ਬੋਲਦੇ ਹਾਂ ਰਿਵਰਸ ਰੈਪੋ ਰੇਟ। इस समय जो रिवर्स रेपो रेट है उसकी परसेंटेज 3.35% है। नेक्स्ट हुण देखो जी, अगर सपोज करो बैंकां ने पैसे कस्टमर नू देने ने, RBI नू नहीं देने, हुण कस्टमर नू देने हैं, तो बैंक कोई भी किसी भी कस्टमर नू दो तरीके नाल पैसे दे सकता है। एक हुंदा है बेस रेट एंड दूसरी चीज हुंदी है PLR यानी कि प्राइमरी लैंडिंग रेट। ਹੁਣ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ? ਤੁਸੀਂ ਸੋਚ ਰਹੇ ਹੋਗੇ ਫਰੈਂਡਸ, ਬੈਂਕ ਤੋਂ ਆਪਾਂ ਲੋਨ ਲੈਣ ਜਾਂਦੇ ਆ ਤੇ ਬੇਸ ਰੇਟ ਤੇ PLR ਕੀ ਹੋ ਗਿਆ ਨਾ। ਹੁਣ ਆਪਾਂ ਦੇਖਦੇ ਹਾਂ ਕਿ ਬੇਸ ਰੇਟ ਕੀ ਹੁੰਦਾ ਔਰ PLR ਕੀ ਹੁੰਦਾ। ਮੰਨ ਲਓ ਮੇਰਾ ਅਕਾਊਂਟ SBI ਬੈਂਕ ਦੇ ਵਿੱਚ ਹੈ, ਮੈਨੂੰ SBI ਬੈਂਕ ਤੋਂ ਲੋਨ ਦੀ ਜ਼ਰੂਰਤ ਪੈ ਗਈ, ਮੈਂ ਪਿਛਲੇ 10 ਸਾਲ ਤੋਂ SBI ਦੇ ਨਾਲ ਜੁੜਿਆ ਹੋਇਆ, मेरा बहुत बड़ा बिजनेस है, मेरा करंट अकाउंट चल रहा है, मेरी बहुत सारिया इत्थे FDs पईयां ने, RDs पईयां ने, मेरे बहुत वधिया रिलेशन ने SBI बैंक दे नाल। हुण SBI बैंक तो अगर मैनू लोन की लोड़ पै गई तो SBI का मैनेजर देखेगा कि ये जो मेरा कस्टमर है ये मेरा प्रायोरिटी कस्टमर है, ये मेरा वधिया कस्टमर है, रेगूलर कस्टमर है,
मैं इसका ਵੱਧ ਤੋਂ ਵੱਧ फायदा करा, मैं इसनूं घट तो घट रेट ऑफ इंटरस्ट ते लोन दवां। जदों अपना कोई भी बैंक किसी भी कस्टमर नूं घट तो घट मिनिमम टू मिनिमम रेट ऑफ इंटरस्ट ते लोन दिंदा है, उस चीज नूं आपां बोलदे हां बेस रेट। That is called a base rate. So what is base rate? The minimum rate at which banks can lend money to the customer, उस चीज ਨੂੰ ਆਪਾਂ ਬੋਲਦੇ ਹਾਂ base rate. So presently जो base rate है वो 7.40% है, यानी कि ਤੁਸੀਂ ਚਾਹੇ ਹਾਊਸ ਲੋਨ ਲੈਣਾ ਹੈ, ਚਾਹੇ ਤੁਸੀਂ ਆਟੋ ਲੋਨ ਲੈਣਾ ਹੈ, ਚਾਹੇ ਤੁਸੀਂ ਸਟੱਡੀ ਲੋਨ ਲੈਣਾ ਹੈ, ਕਿਸੇ ਵੀ ਟਾਈਪ ਦਾ ਲੋਨ ਲੈਣਾ ਹੈ, ਕਿਸੇ ਵੀ ਤਰ੍ਹਾਂ ਦੇ ਕਸਟਮਰ ਨੂੰ, ਚਾਹੇ ਉਹ ਪ੍ਰਾਇੋਰਟੀ ਕਸਟਮਰ ਹੈ, ਚਾਹੇ ਉਹ ਨਾਰਮਲ ਕਸਟਮਰ ਹੈ, ਇਸ ਰੇਟ ਆਫ ਇੰਟਰਸਟ ਤੋਂ ਘੱਟ ਕਿਸੇ ਵੀ ਕਸਟਮਰ ਨੂੰ ਬੈਂਕ ਲੋਨ ਨਹੀਂ ਦੇ ਸਕਦਾ। ਦਿਸ ਇਜ਼ ਕਾਲਡ ਬੇਸ ਰੇਟ। ਨਾਓ ਨੈਕਸਟ ਹੈ ਪ੍ਰਾਇਮਰੀ ਲੈਂਡਿੰਗ ਰੇਟ। ਹੁਣ ਪ੍ਰਾਇਮਰੀ ਲੈਂਡਿੰਗ ਰੇਟ ਕੀ ਹੁੰਦਾ ਹੈ? ਲੈਟ ਅਸ ਸਪੋਜ਼ ਮੇਰਾ ਅਕਾਊਂਟ ਹੈ SBI ਬੈਂਕ ਦੇ ਵਿੱਚ, ਬਟ ਮੈਂ HDFC ਬੈਂਕ ਕੋਲੇ ਚਲਾ ਗਿਆ ਔਰ HDFC ਬੈਂਕ ਦੇ ਵਿੱਚ ਜਾ ਕੇ ਕਿਹਾ ਕਿ ਮੈਨੂੰ ਲੋਨ ਦੀ ਜ਼ਰੂਰਤ ਹੈ। ਹੁਣ HDFC ਬੈਂਕ ਦਾ ਮੈਨੇਜਰ ਕੀ ਦੇਖੂਗਾ? ਇਹ ਦੇਖੇਗਾ ਇਹ ਪਰਸਨ ਦੇ ਨਾਲ ਸਾਡਾ ਕੋਈ ਪ੍ਰੀਵੀਅਸ ਲਿੰਕ ਨਹੀਂ ਹੈਗਾ, ਇਹ ਤਾਂ ਸਾਡੇ ਲਈ ਨਿਊ ਕਸਟਮਰ ਹੈ, ਫਰੈਸ਼ ਕਸਟਮਰ ਹੈ, ਤਾਂ ਇਸ ਨੂੰ, ਇਹ ਸਾਡਾ ਪ੍ਰਾਇੋਰਟੀ ਕਸਟਮਰ ਤਾਂ ਹੈ ਨਹੀਂ, ਕਿਉਂ ਆਪਾਂ ਇਸ ਨੂੰ ਰੇਟ ਆਫ ਇੰਟਰਸਟ ਘੱਟ ਤੇ ਕਿਉਂ ਦਈਏ? ਤਾਂ HDFC ਬੈਂਕ ਇਸ ਨੂੰ ਬੇਸ ਰੇਟ ਦੇ ਉੱਤੇ ਲੋਨ ਨਹੀਂ ਦੇਗਾ, HDFC ਇਸ ਨੂੰ ਪ੍ਰਾਇਮਰੀ ਲੈਂਡਿੰਗ ਰੇਟ ਦੇ ਉੱਤੇ ਲੋਨ ਹੈ ਜਿਹੜਾ ਉਹ ਗ੍ਰਾਂਟ ਕਰੇਗਾ। ਜੋ ਪ੍ਰਾਇਮਰੀ ਲੈਂਡਿੰਗ ਰੇਟ ਹੈ ਉਹ ਹਰ ਇੱਕ ਬੈਂਕ ਦਾ ਅਲੱਗ-ਅਲੱਗ ਹੁੰਦਾ ਹੈ, ਕਿਸੇ ਦਾ 9% ਹੈ, ਕਿਸੇ ਦਾ 9.5% ਹੈ, ਕਿਸੇ ਦਾ 10% ਹੈ। ਜੈਸਾ ਲੋਨ ਉਸੇ ਰੇਟ ਆਫ ਇੰਟਰਸਟ ਹੈ। ਔਰ ਦੇਖੋ ਜੇ ਤਾਂ ਕੋਈ ਆਪਣਾ ਕਸਟਮਰ ਰੈਗੂਲਰ ਕਸਟਮਰ ਹੈ, ਵਧੀਆ ਕਸਟਮਰ ਹੈ, ਤਾਂ ਉਸ ਦਾ ਫਾਇਦਾ ਕਰੇਗਾ ਬੈਂਕ, ਉਸ ਨੂੰ ਬੇਸ ਰੇਟ ਤੇ ਦੇਗਾ। ਲੇਕਿਨ ਅਗਰ ਕੋਈ ਨਾਰਮਲ ਕਸਟਮਰ ਹੈ ਜਿਸ ਦਾ ਕੋਈ ਜ਼ਿਆਦਾ ਵਧੀਆ ਬੈਕਗ੍ਰਾਉਂਡ ਨਹੀਂ ਹੈਗਾ, ਤਾਂ ਉਸ ਨੂੰ ਪ੍ਰਾਇਮਰੀ ਲੈਂਡਿੰਗ ਰੇਟ ਦੇ ਉੱਤੇ ਬੈਂਕ ਹੈ ਜਿਹੜਾ ਉਹ ਲੋਨ ਦੇਗਾ। ਸੋ ਇਸ ਤਰ੍ਹਾਂ ਕੋਈ ਵੀ ਬੈਂਕ ਜਾਂ ਤਾਂ RBI ਨੂੰ ਪੈਸੇ ਲੋਨ ਤੇ ਦਿੰਦਾ ਹੈ ਜਾਂ ਫਿਰ ਕਿਸੇ ਕਸਟਮਰ ਨੂੰ ਲੋਨ ਤੇ ਦਿੰਦਾ ਹੈ। ਜਦੋਂ RBI ਨੂੰ ਦਿੰਦਾ ਹੈ ਇਸ ਨੂੰ ਆਪਾਂ ਰਿਵਰਸ ਰੈਪੋ ਰੇਟ ਕਹਿੰਦੇ ਆ, ਜਦੋਂ ਕਿਸੇ ਕਸਟਮਰ ਨੂੰ ਦਿੰਦਾ ਹੈ ਉਸ ਨੂੰ ਆਪਾਂ ਦੋ ਕੈਟਾਗਰੀਜ਼ ਚ ਵੰਡਦੇ ਆ, ਬੇਸ ਰੇਟ ਜਾਂ ਫਿਰ PLR ਦੇ ਵਿੱਚ। ਨਾਓ ਫਰੈਂਡਸ, ਦੋ ਐਸੇ ਇਨਸਟਰੂਮੈਂਟਸ ਹੋਰ ਨੇ RBI ਕੋਲ ਜਿਹੜੇ ਉਹ ਮੋਨੇਟਰੀ ਪਾਲਿਸੀ ਦੇ ਵਿੱਚ ਡਿਸਕਸ ਕਰਦੇ ਨੇ। ਪਹਿਲਾ ਹੈ ਕੈਸ਼ ਰਿਜ਼ਰਵ ਰੇਸ਼ੋ, CRR। ਕੈਸ਼ ਰਿਜ਼ਰਵ ਰੇਸ਼ੋ ਕੀ ਹੁੰਦਾ? ਹੁਣ RBI ਕੀ ਕਹਿੰਦਾ ਹੈ? ਕਹਿੰਦਾ ਕੋਈ ਵੀ ਬੈਂਕ ਜਿਹੜਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਕਮਾਉਣਾ ਚਾਹੁੰਦਾ ਹੈ। ਹਰ ਬੈਂਕ ਨੂੰ ਆਏ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਕਮਾਵਾਂ। ਔਰ ਬੈਂਕ ਨੂੰ ਪ੍ਰੋਫਿਟ ਮਿਲਦਾ ਕਿੱਥੋਂ ਹੈ? ਜਦੋਂ ਬੈਂਕ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਲੋਨ ਦਿੰਦਾ ਹੈ ਔਰ ਉਸ ਤੋਂ ਵਿਆਜ ਜੋ ਇਕੱਠਾ ਹੁੰਦਾ ਹੈ ਬੈਂਕ ਨੂੰ, ਉਸ ਚੀਜ਼ ਤੋਂ ਬੈਂਕ ਦਾ ਪ੍ਰੋਫਿਟ ਹੁੰਦਾ ਹੈ। ਤਾਂ RBI ਨੇ ਸੋਚਿਆ ਕੱਲ ਨੂੰ ਕਿਸੇ ਵੀ ਬੈਂਕ ਨੇ ਸਾਰੇ ਦੇ ਸਾਰੇ ਆਪਣੇ ਪੈਸੇ ਵੰਡਤੇ ਤਾਂ ਬੈਂਕ ਦੇ ਜੇ ਅਗਰ ਕਸਟਮਰ ਨੇ ਲੋਨ ਵਾਪਸ ਨਹੀਂ ਕੀਤੇ ਤਾਂ ਬੈਂਕ ਦਾ ਤਾਂ ਦਵਾਲਾ ਨਿਕਲ ਜੂ। ਤਾਂ ਜਿੰਨਾ ਵੀ ਬੈਂਕਾਂ ਦੇ ਵਿੱਚ ਕੈਸ਼ ਜਮਾ ਹੁੰਦਾ ਹੈ, ਜਿੰਨੀਆਂ ਵੀ ਬੈਂਕਾਂ ਦੇ ਵਿੱਚ FDਆਂ ਹੁੰਦੀਆਂ ਨੇ, ਜਿੰਨਾ ਵੀ RD ਦਾ ਹੁੰਦਾ ਹੈ, ਜਿੰਨਾ ਵੀ 골ਡ ਲੋਨ ਹੁੰਦਾ ਹੈ, ਸਾਰੇ ਦਾ ਸਾਰਾ ਜੋ ਵੀ ਬੈਂਕ ਕੋਲੇ ਪੈਸਾ ਇਕੱਠਾ ਹੁੰਦਾ ਹੈ ਉਸ ਚੀਜ਼ ਨੂੰ NDTL ਬੋਲਦੇ ਆ। NDTL ਯਾਨੀ ਕਿ ਨੈਟ ਡਿਮਾਂਡ ਟਾਈਮ ਲਾਇਬਿਲਿਟੀਜ਼। ਨੈਟ ਡਿਮਾਂਡ ਟਾਈਮ ਲਾਇਬਿਲਿਟੀਜ਼। RBI ਕੀ ਕਹਿੰਦਾ ਹੈ ਕਿ ਜਿੰਨਾ ਵੀ ਤੁਹਾਡੇ ਕੋਲੇ ਪੈਸਾ ਇਕੱਠਾ ਹੋਇਆ ਹੈ ਉਸ ਦਾ 4% ਮੇਰੇ ਕੋਲੇ ਐਜ਼ ਏ ਸਿਕਿਉਰਿਟੀ ਦੇ ਰੂਪ ਦੇ ਵਿੱਚ ਤੁਸੀਂ ਡਿਪੋਜ਼ਿਟ ਕਰਕੇ ਰੱਖੋ, ਤਾਂ ਕਿ ਕੱਲ ਨੂੰ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਉਸ ਪੈਸੇ ਨੂੰ ਯੂਜ਼ ਕਰ ਸਕੋਗੇ, ਆਪਣੇ ਆਪ ਨੂੰ ਬਚਾ ਸਕੋਗੇ। ਕੱਲ ਨੂੰ ਕੋਈ ਤੁਹਾਡੇ ਤੋਂ ਲੋਨ ਲੈ ਕੇ ਫਰਾਡ ਕਰਕੇ ਚਲਾ ਗਿਆ ਤਾਂ ਤੁਸੀਂ ਕਿੱਥੋਂ ਪੈਸੇ ਭਰਪਾਈ ਕਰੋਗੇ? ਤੁਹਾਡਾ ਜਿਹੜਾ 4% ਕੈਸ਼ ਹੈ ਰਿਜ਼ਰਵ ਮੇਰੇ ਕੋਲੇ ਪਿਆ ਹੈ, ਲੋਡ ਪੈਣ ਤੇ ਤੁਸੀਂ ਮੈਥੋਂ ਲੈ ਸਕਦੇ ਹੋ 4%। ਇਹ ਫਰੈਂਡਸ ਇਹ ਜਿਹੜੇ ਰੇਟ ਆਫ ਇੰਟਰਸਟ ਨੇ ਇਹ ਚੇਂਜ ਹੁੰਦੇ ਰਹਿੰਦੇ ਨੇ, ਰੱਟਾ ਨਹੀਂ ਮਾਰਨਾ ਕਿ 4% ਹੀ ਹੈ। ਇਹ ਇਸ ਸਮੇਂ 4% ਹੈ, ਹੋ ਸਕਦਾ 3 ਰਹਿ ਜੇ ਕੱਲ ਨੂੰ, ਹੋ ਸਕਦਾ ਨੈਕਸਟ ਮੀਟਿੰਗ ਦੇ ਵਿੱਚ 5 ਕਰ ਦਿੱਤਾ ਜਾਵੇ। ਸੋ ਕੋਈ ਵੀ ਬੈਂਕ ਜਿਹੜਾ ਹੈ ਉਸ ਕੋਲ ਜਿੰਨਾ ਵੀ NDTL ਯਾਨੀ ਕਿ ਨੈਟ ਡਿਮਾਂਡ ਟਾਈਮ ਲਾਇਬਿਲਿਟੀਜ਼ ਇਕੱਠੀਆਂ ਹੁੰਦੀਆਂ ਨੇ, ਜਿੰਨਾ ਵੀ ਪੈਸਾ ਬੈਂਕ ਕੋਲੇ ਇਕੱਠਾ ਹੁੰਦਾ ਹੈ ਉਸ ਦਾ ਕੁਝ ਪਰਸੈਂਟ ਯਾਨੀ ਕਿ ਇਸ ਸਮੇਂ 4% ਹੈ, ਉਹ ਬੈਂਕ ਨੂੰ RBI ਕੋਲੇ ਰੱਖਣਾ ਪੈਂਦਾ ਹੈ।
ਸਿਕਿਉਰਿਟੀ ਦੇ ਰੂਪ ਦੇ ਵਿੱਚ। ਦਿਸ ਇਜ਼ ਕਾਲਡ ਕੈਸ਼ ਰਿਜ਼ਰਵ ਰੇਸ਼ੋ, ਕੈਸ਼ ਰਿਜ਼ਰਵ ਰੇਸ਼ੋ। ਨਾਓ ਨੈਕਸਟ ਹੈ ਜੀ ਆਪਣੇ ਕੋਲੇ SLR, ਸਟੈਚੂਰੀ ਲਿਕੁਇਡਿਟੀ ਰੇਸ਼ੋ, ਸਟੈਚੂਰੀ ਲਿਕੁਇਡਿਟੀ ਰੇਸ਼ੋ। ਹੁਣ ਇਹ ਕੀ ਹੈ, RBI ਨੇ ਦੇਖਿਆ ਕਿ ਜੇ ਅਗਰ ਬੈਂਕ ਕੋਲੇ NDTL ਹੈ ਜਿਹੜਾ ਨੈਟ ਡਿਮਾਂਡ ਟਾਈਮ ਲਾਇਬਿਲਿਟੀਜ਼, यानी कि बैंक ਕੋਲੇ ਅਗਰ 100 ਰੁਪਿਆ ਇਕੱਠਾ ਹੋਇਆ ਹੈ ਤਾਂ RBI ਨੇ ਉਹਦੇ ਵਿੱਚ ਕੀ ਕਿਹਾ 4%, यानी कि 4 ਰੁਪਏ ਤਾਂ ਪਹਿਲਾਂ ਮੈਨੂੰ ਦੇ ਤੂੰ ਕੈਸ਼ ਰਿਜ਼ਰਵ ਰੇਸ਼ੋ ਦੀ ਫਾਰਮ 'ਚ। ਉਸ ਤੋਂ ਬਾਅਦ ਬੈਂਕ ਨੇ ਹੋਰ ਕੀ ਕਿਹਾ, ਕਹਿੰਦਾ ਜਿਹੜੇ ਪੈਸੇ ਤੇਰੇ ਕੋਲ ਹੈ ਇਹਦੇ ਵਿੱਚੋਂ 18% ਤੇਰੇ ਕੋਲੇ ਹਰ ਵਕਤ ਬੈਂਕ ਦੇ ਵਿੱਚ ਪਿਆ ਹੋਣਾ ਚਾਹੀਦਾ ਹੈ। ਵੀ ਬੈਂਕ ਜਿਹੜਾ ਹੈ ਉਹ ਸਾਰੇ ਦਾ ਸਾਰਾ ਪੈਸਾ ਲੋਕਾਂ 'ਚ ਨਹੀਂ ਵੰਡੇਗਾ, ਕੁਝ ਮੇਰੇ ਕੋਲੇ ਸਿਕਿਉਰਿਟੀ ਦੇ ਰੂਪ ਦੇ ਵਿੱਚ ਰੱਖੇਗਾ ਔਰ ਕੁਝ ਆਪਣੇ ਕੋਲੇ ਰੱਖੇਗਾ ਤਾਂ ਕਿ ਉਹ ਉਹਦਾ ਜਿਹੜਾ ਕੰਮ ਹੈ ਫਰਦਰ ਚੱਲਦਾ ਰਹੇ। ਸਾਰੇ ਪੈਸੇ ਲੋਨ ਦੇ ਰੂਪ ਦੇ ਵਿੱਚ ਲੋਕਾਂ ਨੂੰ ਤੁਸੀਂ ਨਹੀਂ ਵੰਡਣੇ। ਜੋ 18% ਹੈ ਪ੍ਰੈਜ਼ੈਂਟਲੀ, ਇਸ ਨੂੰ ਸਟੈਚੂਰੀ ਲਿਕੁਇਡਿਟੀ ਰੇਸ਼ੋ ਬੋਲਦੇ ਆ। ਜਿਹੜੇ ਪੈਸੇ ਕੋਈ ਵੀ ਬੈਂਕ ਕਿਸੇ ਵੀ ਕੈਸ਼ ਦੀ ਫਾਰਮ 'ਚ, ਗੋਲਡ ਦੀ ਫਾਰਮ 'ਚ ਜਾਂ ਕਿਸੇ ਵੀ ਸਿਕਿਉਰਿਟੀ ਦੇ ਫਾਰਮ ਦੇ ਵਿੱਚ ਆਪਣੇ ਕੋਲੇ ਹਰ ਵਕਤ ਰੱਖੇਗਾ ਹੀ ਰੱਖੇਗਾ, ਦਿਸ ਇਜ਼ ਕਾਲਡ SLR, ਸਟੈਚੂਰੀ ਲਿਕੁਇਡਿਟੀ ਰੇਸ਼ੋ, ਸਟੈਚੂਰੀ ਲਿਕੁਇਡਿਟੀ ਰੇਸ਼ੋ। ਸੋ ਫਰੈਂਡਸ, ਇਹ ਸੀਗੀਆਂ 8 ਆਪਣੀਆਂ ਮੋਨੇਟਰੀ ਪੋਲਿਸੀ ਦੇ ਇੰਪੋਰਟੈਂਟ ਇਨਸਟਰੂਮੈਂਟਸ ਜਿਹੜੇ ਕਿ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਨੇ। ਪਹਿਲਾਂ ਆਪਾਂ ਡਿਸਕਸ ਕੀਤਾ MSF ਬਾਰੇ, ਫਿਰ ਆਪਾਂ ਡਿਸਕਸ ਕੀਤਾ ਰੈਪੋ ਰੇਟ ਬਾਰੇ, ਫਿਰ ਆਪਾਂ ਬੇਸ ਰੇਟ, ਬੈਂਕ ਰੇਟ, SLR, ਰਿਵਰਸ ਰੈਪੋ ਰੇਟ, ਪ੍ਰਾਇਮਰੀ ਲੈਂਡਿੰਗ ਰੇਟ, ਕੈਸ਼ ਰਿਜ਼ਰਵ ਰੇਸ਼ੋ, ਇਹ ਸਾਰੇ ਦੇ ਸਾਰੇ 8 ਦੇ 8 ਮੋਨੇਟਰੀ ਪੋਲਿਸੀ ਦੇ ਇਨਸਟਰੂਮੈਂਟਸ ਡਿਸਕਸ ਕਰ ਚੁੱਕੇ ਹਾਂ। आई होप ਤੁਹਾਨੂੰ ਇੱਥੇ ਤੱਕ ਸਾਰੇ ਦਾ ਸਾਰਾ ਸਮਝ ਆ ਗਿਆ ਹੋਵੇਗਾ। ਸੋ ਨੈਕਸਟ ਆਪਾਂ ਸਟਾਰਟ ਕਰਦੇ ਹਾਂ ਹੁਣ ਲਾਸਟ ਇੰਪੋਰਟੈਂਟ ਪੁਆਇੰਟ ਤੇ। ਅੱਜ ਦੀ ਕਲਾਸ ਦਾ ਜੋ ਲਾਸਟ ਇੰਪੋਰਟੈਂਟ ਪੁਆਇੰਟ ਹੈ ਉਸ ਦੇ ਉੱਤੇ ਆਨੇ ਆ, ਜੋ ਪੂਰੀ ਦੀ ਪੂਰੀ ਵੀਡੀਓ ਦਾ ਨਿਚੋੜ ਹੈ। ਇਹ ਅਗਰ ਸਟੂਡੈਂਟਸ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਤਾਂ ਮੋਨੇਟਰੀ ਪਾਲਿਸੀ ਤੁਹਾਨੂੰ ਪੂਰੀ ਦੀ ਪੂਰੀ ਅੱਛੀ ਤਰ੍ਹਾਂ ਸਮਝ ਆ ਜਾਏਗੀ। ਇਫੈਕਟਸ ਆਪਾਂ ਸਟਾਰਟ ਕਰਨ ਲੱਗੇ ਹਾਂ। ਇਫੈਕਟਸ ਦੇਖੋ ਜੀ, MSF ਕੀ ਸੀਗਾ? ਮਾਰਜਿਨਲ ਸਟੈਂਡਿੰਗ ਫੈਸਿਲਿਟੀ। MSF ਕੀ ਸੀ? ਜਦੋਂ ਰਾਤੋਂ ਰਾਤ ਇੱਕ ਦਿਨ ਵਾਸਤੇ ਕਿਸੇ ਬੈਂਕ ਨੂੰ ਪੈਸਿਆਂ ਦੀ ਲੋੜ ਪੈ ਜੇ। ਬੈਂਕ ਰੇਟ ਕੀ ਸੀਗਾ? ਜਦੋਂ ਬੈਂਕ ਨੂੰ 14 ਦਿਨਾਂ ਤੋਂ ਲੈ ਕੇ ਜਿੰਨੇ ਮਰਜ਼ੀ ਟਾਈਮ ਦੇ ਲਈ ਬੈਂਕਾਂ ਨੂੰ ਪੈਸਿਆਂ ਦੀ ਲੋੜ ਪੈ ਜੇ। ਰੈਪੋ ਰੇਟ ਕੀ ਸੀ? ਜਦੋਂ 2 ਦਿਨਾਂ ਤੋਂ ਲੈ ਕੇ 14 ਦਿਨ ਦੇ ਲਈ ਬੈਂਕ ਜਿਹੜਾ ਹੈ ਉਹਨੂੰ ਲੋੜ ਪੈ ਗਈ ਪੈਸਿਆਂ ਦੀ, RBI ਤੋਂ ਉਧਾਰ ਲੈ ਲਿਆ। ਸੋ RBI ਤੋਂ ਪੈਸੇ ਲੈਣ ਦੇ ਤਰੀਕੇ ਇਹ ਸੀਗੇ, MSF, ਬੈਂਕ ਰੇਟ ਅਤੇ ਰੈਪੋ ਰੇਟ। ਪਲੱਸ RBI ਨੇ ਹੋਰ ਕੀ ਕਿਹਾ ਕਿ ਹਰ ਵਕਤ ਤੁਸੀਂ 4% ਮੇਰੇ ਕੋਲੇ ਐਜ਼ ਏ ਸਿਕਿਉਰਿਟੀ ਰੱਖੋ। ਪਲੱਸ ਹੋਰ ਕੀ ਕਿਹਾ, 18% ਸਟੈਚੂਰਿਟੀ ਲਿਕੁਇਡਿਟੀ ਰੇਸ਼ੋ ਤੁਸੀਂ ਰੱਖਣੀ ਹੈ, ਯਾਨੀ ਕਿ ਇਹ ਪੈਸੇ ਤੁਹਾਡੇ ਕੋਲੇ ਹਰ ਵਕਤ ਬੈਂਕ ਦੇ ਵਿੱਚ ਪਏ ਹੋਣੇ ਚਾਹੀਦੇ ਨੇ, ਇਹਨਾਂ ਨੂੰ ਤੁਸੀਂ ਛੇੜ ਨਹੀਂ ਸਕਦੇ। ਸੋ ਅਗਰ ਇਹ ਸਾਰੀਆਂ ਚੀਜ਼ਾਂ ਵੱਧ ਜਾਣ, ਯਾਨੀ ਕਿ ਅਗਰ RBI ਬੈਂਕਾਂ ਨੂੰ ਲੋਨ ਜ਼ਿਆਦਾ ਰੇਟ ਆਫ ਇੰਟਰਸਟ ਤੇ ਦੇਵੇ ਜਾਂ RBI ਬੈਂਕਾਂ ਨੂੰ ਕਵੇ ਕਿ ਤੁਸੀਂ ਮੇਰੇ ਕੋਲੇ ਜ਼ਿਆਦਾ ਸਿਕਿਉਰਿਟੀ ਰੱਖੋ, ਅਗਰ RBI ਬੈਂਕ ਨੂੰ ਕਵੇ ਕਿ ਤੁਸੀਂ ਆਪਣੇ ਕੋਲੇ 18% ਨਹੀਂ 40% ਹਰ ਵਕਤ ਆਪਣੇ ਕੋਲੇ ਰੱਖੋ, ਤਾਂ ਕੀ ਇਫੈਕਟ ਹੋਊਗਾ ਮਾਰਕੀਟ ਦੇ ਉੱਪਰ? ਤਾਂ ਮਾਰਕੀਟ ਦੇ ਉੱਪਰ ਕੀ ਇਫੈਕਟ ਹੋਊਗਾ? ਦੇਖੋ ਜੀ, ਜਦੋਂ RBI MSF ਵਧਾਊਗਾ, ਬੈਂਕ ਰੇਟ ਵਧਾਊਗਾ, ਰੈਪੋ ਰੇਟ ਵਧਾਊਗਾ, ਕੈਸ਼ ਰਿਜ਼ਰਵ ਰੇਸ਼ੋ ਨੂੰ ਇਨਕਰੀਜ਼ ਕਰੇਗਾ ਜਾਂ SLR ਨੂੰ ਇਨਕਰੀਜ਼ ਕਰੇਗਾ, यानी कि RBI ब्याज ਨੂੰ ਵਧਾ ਰਿਹਾ ਹੈ। ਆਬਵੀਅਸਲੀ ਦੇਖੋ ਐਗਜ਼ਾਮਪਲ ਦੇ ਨਾਲ ਸਮਝੋ, ਮੰਨ ਲਓ RBI ਨੇ ਲੋਨ ਹੈ ਜਿਹੜਾ ਉਹ ਬੈਂਕਾਂ ਨੂੰ ਪਹਿਲਾਂ ਦਿੱਤਾ 5% ਤੇ। ਹੁਣ RBI ਨੇ ਕੀ ਕਿਹਾ, ਮੈਂ 5% ਤੇ ਨਹੀਂ ਦਊਂਗਾ, ਮੈਂ ਤਾਂ ਤੁਹਾਨੂੰ 18% ਤੇ ਦਊਂਗਾ ਜਾਂ 20% ਤੇ ਦਊਂਗਾ। ਹੁਣ ਅਗਰ ਕੋਈ ਬੈਂਕ ਜਿਹੜਾ ਹੈ ਅੱਗੇ ਕਸਟਮਰ ਨੂੰ ਲੋਨ ਦੇਗਾ ਤਾਂ ਉਹ ਕਸਟਮਰ ਨੂੰ ਜਿੰਨੇ ਰੁਪਏ ਰੇਟ ਆਫ ਇੰਟਰਸਟ ਤੇ ਆਪ ਲੈ ਕੇ ਆ ਰਿਹਾ, ਆਬਵੀਅਸਲੀ ਉਦੋਂ ਘੱਟ ਤਾਂ ਦੇ ਨਹੀਂ ਸਕਦਾ, ਉਸ ਤੋਂ ਵੱਧ ਹੀ ਦੇਗਾ। ਹੁਣ ਜੇ ਅਗਰ RBI ਵਿਆਜ ਵਧਾ ਦਿੰਦਾ ਹੈ ਤਾਂ ਕਸਟਮਰ ਨੂੰ ਵੀ ਲੋਨ ਮਹਿੰਗਾ ਮਿਲੂਗਾ, ਕਸਟਮਰ ਨੇ ਲੋਨ ਲੈਣੇ ਬੰਦ ਕਰ ਦੇਣੇ ਨੇ, ਇੰਨਾ ਵਿਆਜ ਕਸਟਮਰ ਕਿੱਥੋਂ ਪੇ ਕਰੇ? ਸੋ ਮਾਰਕੀਟ ਦੇ ਵਿੱਚ ਮਨੀ ਨੂੰ ਸਟੇਬਿਲਿਟੀ ਰੱਖਣ ਵਾਸਤੇ RBI ਨੂੰ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਹਨ। ਸੋ ਨੈਕਸਟ ਕੀ ਹੈ? ਦੇਖੋ ਇੰਟਰਸਟ ਤਾਂ ਵੱਧ ਗਿਆ, ਲੋਨ ਕੀ ਹੋਣਗੇ? ਘਟ ਜਾਣਗੇ, ਲੋਕਾਂ ਨੇ ਲੋਨ ਲੈਣੇ ਬੰਦ ਕਰ ਦੇਣੇ ਨੇ। ਹੋਰ ਕੀ ਹੋਊਗਾ? ਲੋਕਾਂ ਕੋਲੇ ਲੋਨ ਨਹੀਂ ਹੋਊਗਾ
ਪੈਸੇ ਨਹੀਂ ਹੋਣਗੇ ਲੋਕਾਂ ਕੋਲੇ ਕੈਸ਼ ਘਟ ਜਾਏਗਾ। ਜਦੋਂ ਲੋਕਾਂ ਕੋਲੇ ਕੈਸ਼ ਘਟ ਜਾਏਗਾ, ਪੈਸੇ ਨਹੀਂ ਹੋਣਗੇ, ਲੋਕਾਂ ਦੀਆਂ ਡਿਮਾਂਡਾਂ ਘਟ ਜਾਣਗੀਆਂ। ਯਾਰ ਛੱਡ ਯਾਰ, ਨਹੀਂ ਲੈਂਦੇ ਅੱਜ ਸਮਾਨ, ਪੈਸੇ ਤਾਂ ਹੈ ਨਹੀਂ ਜੇਬ 'ਚ, ਉਧਾਰ ਆਪਾਂ ਨੂੰ ਕੋਈ ਦਿੰਦਾ ਨਹੀਂ। ਅਗਰ ਉਧਾਰ ਲੈਣ ਜਾਂਦੇ ਆ ਬੈਂਕ ਤੋਂ ਤਾਂ ਰੇਟ ਆਫ ਇੰਟਰਸਟ ਬਹੁਤ ਹਾਈ ਹੈ, ਛੱਡ ਯਾਰ ਆਪਾਂ ਲੈਣਾ ਹੀ ਨਹੀਂ ਸਮਾਨ। ਆਪਣੀ ਡਿਮਾਂਡ ਘਟ ਜਾਂਦੀ ਹੈ। ਔਰ ਜਦੋਂ ਆਪਣੀ ਡਿਮਾਂਡ ਘਟ ਜਾਂਦੀ ਹੈ, ਪਹਿਲਾਂ ਦੇਖੋ ਦੁਕਾਨ ਤੋਂ ਡੇਲੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿਸੇ ਚੀਜ਼ ਦੀ, ਹਰ ਰੋਜ਼ ਡੇਲੀ 100 ਪੀਸ, 400 ਪੀਸ, 300 ਪੀਸ ਵਿਕਦੇ ਸੀ। ਬਟ ਜਦੋਂ ਡਿਮਾਂਡ ਘਟ ਗਈ ਤਾਂ ਦੁਕਾਨਦਾਰ ਦੇਖੂਗਾ ਕਿ ਯਾਰ ਮੇਰਾ ਸਮਾਨ ਤਾਂ ਘਟ ਗਿਆ, ਸੇਲ ਮੇਰੀ ਘਟ ਗਈ, ਕਿਉਂ ਨਾ ਮੈਂ ਲੋਕਾਂ ਨੂੰ ਸਸਤੇ ਭਾਅ ਤੇ ਵੇਚਣਾ ਸ਼ੁਰੂ ਕਰਦਾ। ਦੁਕਾਨਦਾਰ ਚੀਜ਼ਾਂ ਦਾ ਪ੍ਰਾਈਸ ਘਟਾਉਣਾ ਸ਼ੁਰੂ ਕਰਕੇ ਵੇਚੂਗਾ ਔਰ ਇਸ ਦੇ ਨਾਲ ਇਨਫਲੇਸ਼ਨ ਘਟ ਜੂਗੀ। ਇਨਫਲੇਸ਼ਨ ਯਾਨੀ ਕਿ ਜਿਹੜੀ ਆਪਣੀ ਮਹਿੰਗਾਈ ਹੈ ਉਹ ਡਿਕਰੀਜ਼ ਹੋ ਜਾਏਗੀ। ਸੋ ਫਰੈਂਡਸ, ਜਦੋਂ ਆਰਬੀਆਈ ਐਮਐਸਐਫ, ਬੈਂਕ ਰੇਟ, ਰੈਪੋ ਰੇਟ, ਸੀਆਰਆਰ ਅਤੇ ਐਸਐਲਆਰ ਨੂੰ ਇਨਕਰੀਜ਼ ਕਰਦਾ ਹੈ ਤਾਂ ਇਸ ਦਾ ਮਤਲਬ ਆਰਬੀਆਈ ਨੇ ਰੇਟ ਆਫ ਇੰਟਰਸਟ ਇਨਕਰੀਜ਼ ਕਰਤਾ, ਲੋਕਾਂ ਨੂੰ ਜ਼ਿਆਦਾ ਵਿਆਜ ਦੇ ਉੱਤੇ ਲੋਨ ਮਿਲੂਗਾ। ਜਦੋਂ ਜ਼ਿਆਦਾ ਵਿਆਜ ਹੋਊਗਾ, ਜਦੋਂ ਵਿਆਜ ਵੱਜੂਗਾ ਤਾਂ ਲੋਕਾਂ ਨੇ ਲੋਨ ਲੈਣੇ ਘਟਾ ਦੇਣੇ ਨੇ, ਲੋਨ ਘਟ ਲੈਣੇ ਸ਼ੁਰੂ ਕਰ ਦੇਣਗੇ। ਕੈਸ਼ ਘਟ ਜੂਗਾ ਲੋਕਾਂ ਕੋਲੇ, ਲੋਕਾਂ ਦੀਆਂ ਡਿਮਾਂਡਾਂ ਘਟ ਜਾਣਗੀਆਂ, ਚੀਜ਼ਾਂ ਦੇ ਪ੍ਰਾਈਸ ਘਟਾਣੇ ਪੈਣਗੇ ਲੋਕਾਂ ਨੂੰ ਐਂਡ ਉਸ ਦੇ ਨਾਲ ਜਿਹੜੀ ਆਪਣੀ ਮਾਰਕੀਟ ਦੇ ਵਿੱਚ ਸਟੇਬਿਲਿਟੀ ਬਣ ਜੂਗੀ। ਆਪਣੀ ਮਾਰਕੀਟ ਦੇ ਵਿੱਚ ਜੋ ਮਹਿੰਗਾਈ ਆ ਉਹ ਕੰਟਰੋਲ ਹੋ ਜਾਏਗੀ। ਫਰੈਂਡਸ, ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਤਾਂ ਤੁਸੀਂ ਮੈਨੂੰ ਫੇਸਬੁੱਕ ਤੇ ਫੋਲੋ ਕਰ ਸਕਦੇ ਹੋ, ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ। ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ, ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।